हाँ जी प्यारे बच्चों नमस्कार। अज आपां जमात 9वीं विशा साइंस अध्याय नंबर 11 कारज अते ऊर्जा दे प्रश्न उत्तर करांगे। प्रश्न नंबर 1 किसी वस्तु उत्ते 7N का बल लगता है। मान लो बल की दिशा विच विस्थापन 8M है। मान लो वस्तु के विस्थापन के समय लगातार वस्तु उत्ते बल लगता रहता है। इस स्थिति विच कीता गया कार्य कितना होवेगा। उत्तर कीता गया कार्य बराबर बल ब्रैकेट F गुणा विस्थापन S बराबर 7 गुणा 8 बराबर 56 जी जूल। प्रश्न नंबर 2 असी कदों कहते हाँ कि कार्य किया गया है। उत्तर कार्य किया गया है जदों नंबर 1 वस्तु उत्ते कोई बल लग रहा होवे। नंबर 2 बल की दिशा या उल्ट विच वस्तु कुछ विस्थापन करती होवे। प्रश्न नंबर 3 जदों किसी वस्तु उत्ते लगन वाला बल इस दे विस्थापन की दिशा बल होवे तां कीते गए कार्य नूं प्रगट करो। उत्तर कार्य W बराबर बल F गुणा विस्थापन S। अगला प्रश्न 1 जी जूल कार्य नूं परिभाषित करो। उत्तर जेकर कोई वस्तु 1N न्यूटन बल नाल 1 मीटर विस्थापन बल की दिशा विच करदी है तां कीता गया कार्य 1 जूल है। अगला प्रश्न बैलों की एक जोड़ी खेत नूं जोते समय किसी हल उत्ते 140N बल लगाउंदी है। जोड़िया गया खेत 15M लंबा है। खेत की लंबाई नूं जोतन विच कितना कार्य किया गया। उत्तर किया गया कार्य बराबर बल F गुणा विस्थापन S बराबर 140 गुणा 15 बराबर 2100 जूल। अगला प्रश्न किसी वस्तु की गतिज ऊर्जा की हुंदी है। उत्तर किसी वस्तु की गति कारण मौजूद ऊर्जा नूं गतिज ऊर्जा कहते हैं। अगला प्रश्न किसी वस्तु की गतिज ऊर्जा के लिए सूत्र लिखो। उत्तर गतिज ऊर्जा बराबर 1/2mv2 इत्थे बराबर पुंज अते बराबर वस्तु का वेग है। प्रश्न 5ms के वेग विच गतिशील किसी पुंज की वस्तु की गतिज 25J है। जेकर इस दे वेग नूं दुगना कर दिता जाए तो इसकी गतिज ऊर्जा कितनी होवेगी। जेकर इस दे वेग नूं 3 गुणा कर दिता जाए तो इसकी गतिज ऊर्जा कितनी होवेगी। उत्तर क्योंकि गतिज ऊर्जा 1/2mv2 है इसलिए वेग दुगना करने ते गतिज ऊर्जा 4 गुणा हो जाएगी। इसलिए गतिज ऊर्जा बराबर 25 गुणा 4 बराबर 100 जी। वेग 3 गुणा करने ते गतिज ऊर्जा 9 गुणा हो जाएगी। इसलिए हुण गतिज ऊर्जा इत्थे गतिज ऊर्जा आऊगा गतिज ऊर्जा 25 गुणा 9 बराबर 225 जूल जी जूल। प्रश्न अगला प्रश्न शक्ति की है। उत्तर कार्य करन दी दर नूं शक्ति कहते हैं। शक्ति P बराबर कार्य बटे समा।
ਅਗਲਾ ਪ੍ਰਸ਼ਨ, 1 ਵਾਟ ਸ਼ਕਤੀ ਨੂੰ ਪਰਿਭਾਸ਼ਿਤ ਕਰੋ। ਉੱਤਰ, ਕਿਸੇ ਵਸਤੂ ਦੀ ਸ਼ਕਤੀ 1 ਵਾਟ ਹੈ ਜੇਕਰ ਉਹ 1 ਜੂਲ ਕਾਰਜ 1 ਸੈਕਿੰਡ ਵਿੱਚ ਕਰਦੀ ਹੈ। ਪ੍ਰਸ਼ਨ ਨੰਬਰ 12, ਔਸਤ ਸ਼ਕਤੀ ਨੂੰ ਪਰਿਭਾਸ਼ਿਤ ਕਰੋ। ਉੱਤਰ, ਕੁੱਲ ਕੀਤੇ ਕਾਰਜ ਅਤੇ ਕੁੱਲ ਲੱਗੇ ਸਮੇਂ ਦੇ ਅਨੁਪਾਤ ਨੂੰ ਔਸਤ ਸ਼ਕਤੀ ਕਹਿੰਦੇ ਹਨ। ਅੱਗੇ ਅਭਿਆਸ ਦੇ ਪ੍ਰਸ਼ਨ ਉੱਤਰ। ਪ੍ਰਸ਼ਨ, ਹੇਠ ਲਿਖੀਆਂ ਸੂਚੀਬੱਧ ਕਿਰਿਆਵਾਂ ਨੂੰ ਧਿਆਨ ਨਾਲ ਦੇਖੋ। ਆਪਣੀ ਕਾਰਜ ਸ਼ਬਦ ਦੀ ਵਿਆਖਿਆ ਦੇ ਆਧਾਰ ਤੇ ਤਰਕ ਦਿਓ ਕਿ ਇਸ ਵਿੱਚ ਕਾਰਜ ਹੋ ਰਿਹਾ ਹੈ ਜਾਂ ਨਹੀਂ। ਊੜਾ, ਸੂਮਾ ਇੱਕ ਤਾਲਾਬ ਵਿੱਚ ਤੈਰ ਰਹੀ ਹੈ। ਉੱਤਰ, ਸੂਮਾ ਦੁਆਰਾ ਲਗਾਏ ਬਲ ਨਾਲ ਕਾਰਜ ਹੋ ਰਿਹਾ ਹੈ ਕਿਉਂਕਿ ਬਲ ਦੀ ਦਿਸ਼ਾ ਵਿੱਚ ਵਿਸਥਾਪਨ ਹੋ ਰਿਹਾ ਹੈ। ਆੜਾ, ਇੱਕ ਗਧੇ ਨੇ ਆਪਣੀ ਪਿੱਠ ਉੱਤੇ ਬੋਝਾ ਉਠਾਇਆ ਹੋਇਆ ਹੈ। ਉੱਤਰ, ਕਾਰਜ ਨਹੀਂ ਹੋ ਰਿਹਾ ਹੈ ਕਿਉਂਕਿ ਗਧੇ ਦਾ ਵਿਸਥਾਪਨ 0 ਹੈ। ਈੜੀ, ਇੱਕ ਪਵਨ ਚੱਕੀ ਪੌਣ ਮਿਲ ਖੂਹ ਤੋਂ ਪਾਣੀ ਉਠਾ ਰਹੀ ਹੈ। ਉੱਤਰ, ਪੌਣ ਚੁੱਕੀ ਦੁਆਰਾ ਕਾਰਜ ਹੋ ਰਿਹਾ ਹੈ ਕਿਉਂਕਿ ਬਲ ਦੀ ਦਿਸ਼ਾ ਵਿੱਚ ਵਿਸਥਾਪਨ ਹੋ ਰਿਹਾ ਹੈ। ਸੱਸਾ, ਇੱਕ ਹਰੇ ਪੌਦੇ ਵਿੱਚ ਪ੍ਰਕਾਸ਼ਲੇਸ਼ਨ ਦੀ ਕਿਰਿਆ ਹੋ ਰਹੀ ਹੈ। ਉੱਤਰ, ਕਾਰਜ ਨਹੀਂ ਹੋ ਰਿਹਾ ਕਿਉਂਕਿ ਕੋਈ ਬਲ ਨਹੀਂ ਲੱਗ ਰਿਹਾ। ਹਾਹਾ, ਇੱਕ ਇੰਜਣ ਗੱਡੀ ਨੂੰ ਖਿੱਚ ਰਿਹਾ ਹੈ। ਉੱਤਰ, ਇੰਜਣ ਦੁਆਰਾ ਕਾਰਜ ਹੋ ਰਿਹਾ ਹੈ ਕਿਉਂਕਿ ਬਲ ਦੀ ਦਿਸ਼ਾ ਵਿੱਚ ਵਿਸਥਾਪਨ ਹੋ ਰਿਹਾ ਹੈ। ਕੱਕਾ, ਅਨਾਜ ਦੇ ਦਾਣੇ ਸੂਰਜ ਦੀ ਧੁੱਪ ਵਿੱਚ ਸੁੱਕ ਰਹੇ ਹਨ। ਉੱਤਰ, ਕਾਰਜ ਨਹੀਂ ਹੋ ਰਿਹਾ ਹੈ ਕਿਉਂਕਿ ਕੋਈ ਬਲ ਨਹੀਂ ਲੱਗ ਰਿਹਾ। ਅੱਗੇ ਖੱਖਾ, ਇੱਕ ਮਾਲ ਕਿਸ਼ਤੀ ਪੌਣ ਊਰਜਾ ਦੇ ਕਾਰਨ ਗਤੀਸ਼ੀਲ ਹੈ। ਉੱਤਰ, ਪੌਣ ਊਰਜਾ ਦੁਆਰਾ ਕਾਰਜ ਹੋ ਰਿਹਾ ਹੈ ਕਿਉਂਕਿ ਬਲ ਦੀ ਦਿਸ਼ਾ ਵਿੱਚ ਵਿਸਥਾਪਨ ਹੋ ਰਿਹਾ ਹੈ। ਅਗਲਾ ਪ੍ਰਸ਼ਨ, ਇੱਕ ਵਸਤੂ ਨੂੰ ਧਰਤੀ ਤੋਂ ਕਿਸੇ ਕੋਣ ਤੋਂ ਸੁੱਟਿਆ ਜਾਂਦਾ ਹੈ। ਇਹ ਇੱਕ ਵਕਰ ਪਥ ਉੱਤੇ ਚੱਲਦਾ ਹੈ ਅਤੇ ਵਾਪਿਸ ਧਰਤੀ ਉੱਤੇ ਆ ਡਿੱਗਦਾ ਹੈ। ਵਸਤੂ ਦੇ ਪਥ ਦੇ ਆਰੰਭਿਕ ਅਤੇ ਅੰਤਿਮ ਬਿੰਦੂ ਇੱਕ ਹੀ ਹੋਰੀਜ਼ੈਂਟਲ ਰੇਖਾ ਉੱਤੇ ਸਥਿਤ ਹੈ। ਵਸਤੂ ਉੱਤੇ ਗੁਰੁਤਵ ਬਲ ਦੁਆਰਾ ਕਿੰਨਾ ਕਾਰਜ ਕੀਤਾ ਗਿਆ ਹੈ। ਉੱਤਰ, 0 ਕਿਉਂਕਿ ਇਸ ਸਥਿਤੀ ਵਿੱਚ ਗੁਰੁਤਵ ਬਲ ਅਤੇ ਵਿਸਥਾਪਨ ਵਿੱਚ 90 ਡਿਗਰੀ ਦਾ ਕੋਣ ਬਣਦਾ ਹੈ ਅਤੇ ਕਾਰਜ ਬਰਾਬਰ W ਮਾਈਨਸ FS cos ਥੀਟਾ ਬਰਾਬਰ FS ਗੁਣਾ cos 90 ਡਿਗਰੀ ਬਰਾਬਰ 0 ਕਿਉਂਕਿ cos 90 ਡਿਗਰੀ ਬਰਾਬਰ 0। ਅਗਲਾ ਪ੍ਰਸ਼ਨ, ਇੱਕ ਬੈਟਰੀ ਬਲਬ ਜਲਾਉਂਦੀ ਹੈ। ਇਸ ਪ੍ਰਕਿਰਿਆ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦਾ ਵਰਣਨ ਕਰੋ। ਉੱਤਰ, ਇਸ ਪ੍ਰਕਿਰਿਆ ਵਿੱਚ ਬੈਟਰੀ ਰਸਾਇਣਿਕ ਊਰਜਾ ਨੂੰ ਬਿਜਲੀ ਊਰਜਾ ਵਿੱਚ ਬਦਲਦੀ ਹੈ ਜੋ ਬਲਬ ਦੁਆਰਾ ਤਾਪ ਊਰਜਾ ਅਤੇ ਪ੍ਰਕਾਸ਼ ਊਰਜਾ ਵਿੱਚ ਬਦਲ ਜਾਂਦੀ ਹੈ। ਰਸਾਇਣਿਕ ਊਰਜਾ, ਬਿਜਲੀ ਊਰਜਾ, ਤਾਪ ਊਰਜਾ, ਪ੍ਰਕਾਸ਼ ਊਰਜਾ। ਪ੍ਰਸ਼ਨ, ਅਗਲਾ ਪ੍ਰਸ਼ਨ, ਮੁਕਤ ਰੂਪ ਵਿੱਚ ਡਿੱਗਦੇ ਇੱਕ ਪਿੰਡ ਦੀ ਸਥਿਤੀਜ ਊਰਜਾ ਲਗਾਤਾਰ ਘੱਟ ਹੁੰਦੀ ਜਾਂਦੀ ਹੈ। ਕੀ ਇਹ ਊਰਜਾ ਸੁਰੱਖਿਆ ਨਿਯਮਾਂ ਦਾ ਉਲੰਘਣ ਕਰਦੀ ਹੈ? ਕਾਰਨ ਦੱਸੋ। ਉੱਤਰ, ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਸਥਿਤੀਜ ਊਰਜਾ ਘਟਦੀ ਜਾਂਦੀ ਹੈ ਪਰ ਗਤੀਜ ਊਰਜਾ ਵੱਧਦੀ ਜਾਂਦੀ ਹੈ ਪਰ ਦੋਵਾਂ ਊਰਜਾਵਾਂ ਦਾ ਕੁੱਲ ਜੋੜ ਸਥਿਰ ਰਹਿੰਦਾ ਹੈ। ਇਸ ਤਰ੍ਹਾਂ ਇਹ ਊਰਜਾ ਸੁਰੱਖਿਆ ਦੇ ਨਿਯਮਾਂ ਦਾ ਉਲੰਘਣ ਨਹੀਂ ਹੈ। ਅਗਲਾ ਪ੍ਰਸ਼ਨ, ਜਦੋਂ ਤੁਸੀਂ ਸਾਈਕਲ ਚਲਾਉਂਦੇ ਹੋ ਤਾਂ ਕਿੱਥੋਂ ਊਰਜਾ ਰੂਪਾਂਤਰਨ
ਹੁੰਦੀ ਹੈ। ਉੱਤਰ, ਜਦੋਂ ਅਸੀਂ ਸਾਈਕਲ ਚਲਾਉਂਦੇ ਹਾਂ ਤਾਂ ਸਾਡੀਆਂ ਪੇਸ਼ੀਆਂ ਦੀ ਊਰਜਾ ਗਤੀਜ ਊਰਜਾ ਅਤੇ ਤਾਪ ਊਰਜਾ ਵਿੱਚ ਬਦਲ ਜਾਂਦੀ ਹੈ। ਗਤੀਜ ਊਰਜਾ ਨਾਲ ਸਾਈਕਲ ਚੱਲਦੀ ਹੈ ਅਤੇ ਤਾਪ ਊਰਜਾ ਨਾਲ ਸਾਡਾ ਸਰੀਰ ਗਰਮ ਹੋ ਜਾਂਦਾ ਹੈ। ਪ੍ਰਸ਼ਨ, ਜਦੋਂ ਤੁਸੀਂ ਸਾਰੀ ਸ਼ਕਤੀ ਲਗਾ ਕੇ ਇੱਕ ਵੱਡੀ ਚਟਾਨ ਨੂੰ ਧੱਕਣਾ ਚਾਹੁੰਦੇ ਹੋ ਅਤੇ ਇਸ ਨੂੰ ਹਿਲਾਉਣ ਵਿੱਚ ਅਸਫਲ ਹੋ ਜਾਂਦੇ ਹੋ, ਕਿ ਇਸ ਅਵਸਥਾ ਵਿੱਚ ਊਰਜਾ ਦਾ ਸਥਾਨਾਂਤਰਨ ਹੁੰਦਾ ਹੈ। ਆਪ ਦੁਆਰਾ ਖਰਚ ਕੀਤੀ ਗਈ ਊਰਜਾ ਕਿੱਥੇ ਚਲੀ ਜਾਂਦੀ ਹੈ? ਉੱਤਰ, ਨਹੀਂ। ਜੇਕਰ ਧੱਕਾ ਲਗਾਉਣ 'ਤੇ ਚਟਾਨ ਨਹੀਂ ਹਿਲਦੀ ਤਾਂ ਕੋਈ ਵੀ ਊਰਜਾ ਦਾ ਸਥਾਨਾਂਤਰਨ ਨਹੀਂ ਹੁੰਦਾ। ਇਸ ਸਥਿਤੀ ਵਿੱਚ ਊਰਜਾ ਪੇਸ਼ੀਆਂ ਦੀਆਂ ਗਤੀਵਿਧੀਆਂ ਵਿੱਚ ਖਰਚ ਹੋ ਜਾਂਦੀ ਹੈ। ਅਗਲਾ ਪ੍ਰਸ਼ਨ, ਕੀ ਕਿਸੇ ਪਿੰਡ ਉੱਤੇ ਲੱਗਣ ਵਾਲੇ ਕਿਸੇ ਵੀ ਬਲ ਦੀ ਗੈਰ ਮੌਜੂਦਗੀ ਵਿੱਚ ਇਸ ਦਾ ਵਿਸਥਾਪਨ ਹੋ ਸਕਦਾ ਹੈ? ਸੋਚੋ। ਇਸ ਪ੍ਰਸ਼ਨ ਦੇ ਬਾਰੇ ਵਿੱਚ ਆਪਣੇ ਮਿੱਤਰਾਂ ਅਤੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕਰੋ। ਉੱਤਰ, ਹਾਂ। ਸਿੱਧੀ ਰੇਖਾ ਵਿੱਚ ਇੱਕ ਸਮਾਨ ਗਤੀ ਵਿੱਚ ਵਸਤੂ ਦਾ ਵਿਸਥਾਪਨ ਬਿਨਾਂ ਕਿਸੇ ਬਲ ਤੋਂ ਵੀ ਹੋ ਸਕਦਾ ਹੈ। ਅਗਲਾ ਪ੍ਰਸ਼ਨ, ਕੋਈ ਮਨੁੱਖ ਘਾਹ ਫੂਸ ਦੀ ਇੱਕ ਪੰਡ ਨੂੰ ਆਪਣੇ ਸਿਰ ਉੱਤੇ 30 ਮਿੰਟ ਤੱਕ ਰੱਖਦਾ ਹੈ ਅਤੇ ਥੱਕ ਜਾਂਦਾ ਹੈ, ਕਿ ਉਸਨੇ ਕੁਝ ਕਾਰਜ ਕੀਤਾ ਜਾਂ ਨਹੀਂ? ਆਪਣੇ ਉੱਤਰ ਨੂੰ ਤਰਕਸੰਗਤ ਕਰੋ। ਉੱਤਰ, ਕੋਈ ਕਾਰਜ ਨਹੀਂ ਕੀਤਾ ਗਿਆ, ਕਿਉਂਕਿ ਵਿਅਕਤੀ ਦਾ ਵਿਸਥਾਪਨ ਸਿਫਰ ਹੈ। ਅਗਲਾ ਪ੍ਰਸ਼ਨ, ਜਦੋਂ ਅਸੀਂ ਕਿਸੇ ਸਰਲ ਪੈਂਡੂਲਮ ਨੂੰ ਇੱਕ ਤਰਫ ਲੈ ਕੇ ਜਾ ਕੇ ਛੱਡਦੇ ਹਾਂ ਤਾਂ ਇਹ ਡੋਲਣ ਲੱਗਦਾ ਹੈ। ਇਸ ਵਿੱਚ ਹੋਣ ਵਾਲੇ ਊਰਜਾ ਪਰਿਵਰਤਨਾਂ ਦੀ ਚਰਚਾ ਕਰਦੇ ਹੋਏ ਊਰਜਾ ਸੰਰਖਣ ਦੇ ਨਿਯਮਾਂ ਨੂੰ ਸਪਸ਼ਟ ਕਰੋ। ਗੋਲਕ ਕੁਝ ਸਮੇਂ ਬਾਅਦ ਵਿਰਾਮ ਅਵਸਥਾ ਵਿੱਚ ਕਿਉਂ ਆ ਜਾਂਦਾ ਹੈ ਅਤੇ ਇਸ ਦੀ ਊਰਜਾ ਦਾ ਕੀ ਹੁੰਦਾ ਹੈ? ਕੀ ਇਹ ਊਰਜਾ ਸੰਰਖਣ ਨਿਯਮਾਂ ਦਾ ਉਲੰਘਣ ਹੈ? ਉੱਤਰ, ਸਿਖਰਲੀ ਸਥਿਤੀ ਤੇ ਪੈਂਡੂਲਮ ਦੀ ਸਥਿਤੀਜ ਊਰਜਾ ਅਧਿਆਤਮਿਕ ਅਤੇ ਗਤੀਜ ਊਰਜਾ ਸਿਫਰ ਹੁੰਦੀ ਹੈ। ਹੇਠਾਂ ਬਲ ਆਉਂਦੇ ਸਮੇਂ ਗਤੀਜ ਊਰਜਾ ਘਟਦੀ ਜਾਂਦੀ ਹੈ ਅਤੇ ਗਤੀਜ ਊਰਜਾ ਵੱਧਦੀ ਜਾਂਦੀ ਹੈ। ਮੱਧ ਸਥਿਤੀ ਵਿੱਚ ਆ ਕੇ ਗਤੀਜ ਊਰਜਾ ਅਧਿਆਤਮਿਕ ਅਤੇ ਸਥਿਤੀਜ ਊਰਜਾ ਸਿਫਰ ਹੋ ਜਾਂਦੀ ਹੈ। ਹਰ ਸਥਿਤੀ ਵਿੱਚ ਗਤੀਜ ਊਰਜਾ ਅਤੇ ਸਥਿਤੀਜ ਊਰਜਾ ਦਾ ਕੁੱਲ ਜੋੜ ਬਰਾਬਰ ਹੀ ਰਹਿੰਦਾ ਹੈ। ਇਸ ਲਈ ਇਹ ਊਰਜਾ ਸੰਰਖਣ ਦੇ ਨਿਯਮਾਂ ਦਾ ਉਲੰਘਣ ਨਹੀਂ ਹੈ। ਹਵਾ ਦੇ ਰਗੜ ਬਲ ਕਾਰਨ ਪੈਂਡੂਲਮ ਦਾ ਗੋਲਕ ਕੁਝ ਸਮੇਂ ਬਾਅਦ ਵਿਰਾਮ ਅਵਸਥਾ ਵਿੱਚ ਆ ਜਾਂਦਾ ਹੈ। ਪ੍ਰਸ਼ਨ ਨੰਬਰ 16, ਐਮ ਪੁੰਜ ਦਾ ਇੱਕ ਪਿੰਡ ਨਿਜਤ ਵੇਗ v ਨਾਲ ਗਤੀਸ਼ੀਲ ਹੈ। ਇਹ ਪਿੰਡ ਉੱਤੇ ਕਿੰਨਾ ਕਾਰਜ ਕਰਨਾ ਚਾਹੀਦਾ ਹੈ ਕਿ ਇਹ ਵਿਰਾਮ ਅਵਸਥਾ ਵਿੱਚ ਆ ਜਾਵੇ? ਉੱਤਰ, ਗਤੀਜ ਊਰਜਾ 1/2 mv2 ਜਿੰਨਾ ਕਾਰਜ ਗਤੀ ਤੋਂ ਉਲਟ ਦਿਸ਼ਾ ਵਿੱਚ ਕਰਨ ਤੇ ਪਿੰਡ ਵਿਰਾਮ ਅਵਸਥਾ ਵਿੱਚ ਆ ਜਾਵੇਗਾ। ਅਗਲਾ ਪ੍ਰਸ਼ਨ, ਸੋਨੀ ਕਹਿੰਦੀ ਹੈ ਕਿ ਕਿਸੇ ਵਸਤੂ ਉੱਤੇ ਪ੍ਰਵੇਗ 0 ਹੋ ਸਕਦਾ ਹੈ ਚਾਹੇ ਉਸ ਉੱਤੇ ਕੋਈ ਬਲ ਕਾਰਜ ਕਰ ਰਿਹਾ ਹੋਵੇ। ਕਿ ਤੁਸੀਂ ਇਸ ਨਾਲ ਸਹਿਮਤ ਹੋ? ਦੱਸੋ ਕਿਉਂ? ਉੱਤਰ, ਹਾਂ। ਵਸਤੂ ਉੱਤੇ ਲੱਗ ਰਹੇ ਬਲ ਦੇ ਬਾਵਜੂਦ ਵੀ ਪ੍ਰਵੇਗ 0 ਹੋ ਸਕਦਾ ਹੈ। ਇੱਥੇ ਹੋ ਆਊਗਾ ਬੱਚੇ, 0 ਤੋਂ ਬਾਅਦ ਹੋ ਸਕਦਾ ਹੈ, ਪਰ ਸ਼ਰਤ ਇਹ ਹੈ ਕਿ ਕੁੱਲ ਬਲ ਸੰਤੁਲਿਤ ਬਲ ਹੋਵੇ। ਅਗਲਾ ਪ੍ਰਸ਼ਨ, ਮੁਕਤ ਰੂਪ ਵਿੱਚ ਡਿੱਗਦਾ ਇੱਕ ਪਿੰਡ ਜੋ ਧਰਤੀ ਤੱਕ ਪਹੁੰਚਣ ਤੱਕ ਰੁਕ ਜਾਂਦਾ ਹੈ, ਇਸ ਦੀ ਗਤੀਜ ਊਰਜਾ ਦਾ ਕੀ ਹੁੰਦਾ ਹੈ? ਉੱਤਰ, ਮੁਕਤ ਰੂਪ ਵਿੱਚ ਡਿੱਗ ਰਹੇ ਪਿੰਡ ਦੀ ਗਤੀਜ ਊਰਜਾ ਤਾਪ ਊਰਜਾ, ਧੁਨੀ ਊਰਜਾ ਅਤੇ ਪਿੰਡ ਦੇ ਆਕਾਰ ਪਰਿਵਰਤਨ ਕਾਰਨ ਸਮਾਈ ਸਥਿਤੀਜ ਊਰਜਾ ਵਿੱਚ ਪਰਿਵਰਤਿਤ ਹੋ ਜਾਂਦੀ ਹੈ। ਧੰਨਵਾਦ।